स्टूडेंट्स अज असी यूनिट नंबर 1 का चैप्टर नंबर 1 स्टार्ट करांगे। सो ये यूनिट है इलैक्ट्रोस्टैटिक्स। इस दे विच असी बेसिक प्रॉपर्टी बारे स्टडी करांगे जो कि है इलैक्ट्रिक चार्ज। सो वो जिहड़ा चार्ज होगा कदे मोशन दे विच होगा ते कदे रैस्ट विच होवेगा। ते जिहड़ा चार्ज आ मोशन अते रैस्ट दी जदों स्टेट विच होगा उस वक्त उहदियां प्रॉपर्टीज़ भी अलग अलग होणगियां। सो असी उन्हां प्रॉपर्टीज़ बारे भी स्टडी करांगे, ठीक है ना। सो पहले नंबर ते असी देखना कि चार्ज हुंदा की आ। वो देखण तो पहलां देखो सानू जनरल पता आ कि साडा जिहड़ा नेचर आ उहदे विच दो तरह दीयां चीज़ां हुंदियां आ। मतलब कि कोई भी चीज़ आ वो दो फॉर्म दे विच ही एग्जिस्ट करती आ, एक मैटर ते दूसरा रेडिएशन। कोई भी चीज़ मैटर आ उहदियां की प्रॉपर्टीज़ हुंदियां, उहदे कोल मास शेप हुंदी, मोमेंटम हुंदा, एनर्जी काइनैटिक एनर्जी वगैरह होंगी उहदे कोल। दैन उस चीज़ नूं असीं की कह दिंदे आ कि जी ये मैटर आ। फॉर एग्जाम्पल दिता आ कि जिद्दां बंदूक चों गोली निकलदी आ तो गोली जिहड़ी आ उहदे कोल एक मास आ, शेप आ, ते जेकर वो मूव करदी आ उहदे कोल मोमेंटम भी आ एंड उहदे कोल एनर्जी भी आ, ते उस चीज़ नूं असीं की कहने आ मैटर। सो नैक्सट जिहड़ी दूसरी फॉर्म दे विच चीज़ां एग्जिस्ट करदियां साडे नेचर दे विच वो है रेडिएशन। रेडिएशन जिहड़ी एक तरह की एनर्जी हुंदी आ, ठीक है, बट उहदियां प्रॉपर्टीज़ जिहड़ियां हुंदियां वो की हुंदियां, उहदे कोल वेवलैंथ हुंदी आ, एनर्जी हुंदी आ, उहदे कोल मास नहीं हुंदा, ठीक है। जिद्दां हुण सूरज दीयां किरणां आ उन्हां दा कोई मास वगैरह तो नहीं हुंदा ना, बट उन्हां कोल एनर्जी हुंदी आ। सो वो हुंदियां ने रेडिएशनस। सानू पता है कि जिहड़ा साडा मैटर आ उहदी एक प्रॉपर्टी हुंदी आ। मैटर की प्रॉपर्टी हुंदी आ कि वो किसी भी चीज़ के उपर यानी कि फोर्स अपलाई कर सकता है, मतलब कि किसी भी चीज़ नूं पुश कर सकता है। हुण वो फोर्स क्यों लगाउंदा आ, किहड़ी उहदे अंदर प्रॉपर्टी हुंदी है जिहदे करके वो फोर्स लगाउंदा आ। सो इहदी बेसिस ते जिहड़ा मैटर आ कि हाँ जी फोर्स लगाउंदा आ, ਉਹਦੀ ਕਿਹੜੀ ਪ੍ਰੋਪਰਟੀ ਹੈ ਜਾਂ ਉਹਦਾ ਕਿਹੜਾ ਕਰੈਕਟਰਿਸਟਿਕ ਆ, ਕਿਹਦੇ ਕਰਕੇ ਲਗਾਉਂਦਾ ਆ, ਉਹਦੇ ਬੇਸਿਸ 'ਤੇ ਆਪਾਂ ਉਹਦੀ ਜਿਹੜੀ ਕਰੈਕਟਰਿਸਟਿਕਸ ਨੇ ਉਹਨਾਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਆ। ਜਿਹੜਾ ਮੈਟਰ ਆ ਇੱਕ ਮਾਸ ਨਾਮ ਦੀ ਪ੍ਰੋਪਰਟੀ ਕਰਕੇ ਅਤੇ ਇੱਕ ਚਾਰਜ ਨਾਮ ਦੀ ਪ੍ਰੋਪਰਟੀ ਦੇ ਕਰਕੇ ਫੋਰਸ ਲਗਾਉਂਦਾ ਆ। ਹੁਣ ਮਾਸ ਦੇ ਕਰਕੇ ਫੋਰਸ ਲਗਾਉਂਦਾ ਉਹ ਫੋਰਸ ਅਸੀਂ +1 ਦੇ ਵਿੱਚ ਪੜ੍ਹ ਚੁੱਕੇ ਹਾਂ। ਜਿਹੜਾ ਸਾਡੇ ਕੋਲ ਫਸਟ ਯੂਨਿਟ ਵਿੱਚ ਸੀਗਾ ਕਿ ਜਿਹੜੀਆਂ ਨੇਚਰ ਦੇ ਵਿੱਚ ਕਿਹੜੀਆਂ ਕਿਹੜੀਆਂ ਫੋਰਸਿਸ ਐਗਜ਼ਿਸਟ ਕਰਦੀਆਂ। ਸੋ ਉਹਦੇ ਵਿੱਚ ਅਸੀਂ ਪਹਿਲਾਂ ਪੜ੍ਹਿਆ ਸੀ ਗ੍ਰੈਵੀਟੇਸ਼ਨਲ ਫੋਰਸ। ਗ੍ਰੈਵੀਟੇਸ਼ਨਲ ਫੋਰਸ ਕਿਹਦੇ ਵਿਚਕਾਰ ਹੁੰਦੀ ਆ, ਮਾਸ ਪਾਰਟੀਕਲਸ ਦੇ ਵਿਚਕਾਰ ਹੁੰਦੀ ਹੈ ਕਿ ਜਿਹੜਾ ਬੋਡੀਜ਼ ਦੇ ਵਿਚਕਾਰ ਜੀ ਮਾਸ ਆ ਉਹਨਾਂ ਦੇ ਕਰਕੇ ਉਹਨਾਂ ਵਿਚਕਾਰ ਜਿਹੜੀ ਫੋਰਸ ਹੁੰਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ ਗ੍ਰੈਵੀਟੇਸ਼ਨਲ ਫੋਰਸ। ਅਤੇ ਜਿਹੜੀ ਦੂਸਰੀ ਹੁਣ ਸਾਡੇ ਕੋਲ ਫੋਰਸ ਆ ਉਹ ਹੁੰਦੀ ਹੈ ਇਲੈਕਟ੍ਰੋਸਟੈਟਿਕ ਫੋਰਸ, ਅਤੇ ਉਹ ਹੁੰਦੀ ਹੈ ਚਾਰਜ ਨਾਮ ਦੀ ਪ੍ਰੋਪਰਟੀ ਕਰਕੇ। ਜਿੱਦਾਂ ਕਿ ਹੁਣ ਪਹਿਲਾਂ ਸਾਇੰਟਿਸਟ ਨੂੰ ਪਤਾ ਸੀ ਕਿ ਹਾਂ ਜੀ ਗ੍ਰੈਵੀਟੇਸ਼ਨਲ ਨਾਮ ਦੀ ਫੋਰਸ ਬਾਰੇ ਉਹਨਾਂ ਨੇ ਖੋਜ ਕਰ ਲਈ ਸੀ, ਅਤੇ ਉਹਨਾਂ ਨੂੰ ਪਤਾ ਸੀ ਕਿ ਹਾਂ ਜੀ ਦੋ ਮਾਸ ਬੋਡੀਜ਼ ਦੇ ਵਿਚਕਾਰ ਜਿਹੜੀ ਫੋਰਸ ਆ ਉਹ ਗ੍ਰੈਵੀਟੇਸ਼ਨਲ ਫੋਰਸ ਆ, ਅਤੇ ਜਿੱਥੇ ਮਾਸ ਜ਼ਿਆਦਾ ਹੋਊਗਾ ਉੱਥੇ ਗ੍ਰੈਵੀਟੇਸ਼ਨਲ ਫੋਰਸ ਵੀ ਜ਼ਿਆਦਾ ਹੋਊਗੀ। ਹੁਣ ਮੰਨ ਲਓ ਅਸੀਂ ਚੌਕ ਦੇ ਨਾਲ ਬੋਰਡ ਦੇ ਉੱਪਰ ਲਿਖਦੇ ਹਾਂ, ਠੀਕ ਆ, ਅਤੇ ਜਿਹੜੇ ਚੌਕ ਦੇ ਪਾਰਟੀਕਲ ਹੁੰਦੇ ਆ ਉਹ ਬੋਰਡ ਦੇ ਨਾਲ ਹੀ ਚਿਪਕ ਜਾਂਦੇ ਆ। ਹੁਣ ਜੇਕਰ ਤਾਂ ਅਸੀਂ ਗ੍ਰੈਵੀਟੇਸ਼ਨਲ ਫੋਰਸ ਦੀ ਗੱਲ ਕਰਦੇ ਕਿ ਹਾਂ ਜੀ ਗ੍ਰੈਵੀਟੇਸ਼ਨਲ ਫੋਰਸ ਹੀ ਐਗਜ਼ਿਸਟ ਕਰਦੀ ਆ, ਦੈਨ ਉਸ ਅਕੋਰਡਿੰਗ ਮੰਨ ਲਓ ਜਿੱਦਾਂ ਹੁਣ ਅਸੀਂ ਬੋਰਡ ਦੇ ਉੱਪਰ ਯਾਨੀ ਕਿ ਚੌਕ ਦੇ ਪਾਰਟੀਕਲਸ ਨਾਲ ਲਿਖਿਆ, ਦੈਨ ਉਸ ਅਕੋਰਡਿੰਗ ਜਿਹੜਾ ਬੋਰਡ ਦਾ ਮਾਸ ਆ ਅਤੇ ਅਰਥ ਦਾ ਮਾਸ ਆ ਉਹਨਾਂ ਦੋਨਾਂ ਵਿੱਚੋਂ ਜ਼ਿਆਦਾ ਮਾਸ ਕਿਹਦਾ ਆ, ਅਰਥ ਦਾ ਆ। ਸੋ ਜਿਹਦੇ ਹਿਸਾਬ ਨਾਲ ਜਿਹੜੇ ਸਾਡੇ ਚੌਕ ਦੇ ਛੋਟੇ ਜਿਹੇ ਪਾਰਟੀਕਲਸ ਨੇ ਜਦੋਂ ਇਹਦੇ ਉੱਪਰ ਆਪਾਂ ਲਿਖਦੇ ਹਾਂ, ਜਦੋਂ ਇਹਦੇ ਉੱਪਰ ਚਿਪਕਣ ਦੀ ਬਜਾਏ ਉਹ ਪਾਰਟੀਕਲ ਨੂੰ ਥੱਲੇ ਡਿੱਗਣਾ ਚਾਹੀਦਾ ਸੀਗਾ। ਕਿਉਂ ਡਿੱਗਣਾ ਚਾਹੀਦਾ ਸੀ? ਕਿਉਂਕਿ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਆ ਉਹ ਕਿੱਥੇ ਜ਼ਿਆਦਾ ਹੁੰਦੀ ਹੈ, ਜਿੱਥੇ ਮਾਸ ਜ਼ਿਆਦਾ ਹੋਊਗਾ। ਹੁਣ ਆਹ ਇੱਕ ਪਾਰਟੀਕਲ ਆ, ਠੀਕ ਆ, ਮੰਨ ਲਓ ਛੋਟਾ ਜਿਹਾ ਪਾਰਟੀਕਲ ਆ, ਇੱਧਰ ਹੈਗਾ ਅਰਥ ਫੋਰਸ ਲਗਾ ਰਹੀ ਉਹਦੇ ਉੱਪਰ, ਅਤੇ ਇੱਧਰ ਲਗਾ ਰਿਹਾ ਜੀ ਬੋਰਡ। ਅਤੇ ਜੇਕਰ ਸਾਨੂੰ ਪਹਿਲੇ ਹਿਸਾਬ ਨਾਲ ਪਤਾ ਹੋਵੇ ਕਿ ਹਾਂ ਜੀ ਸਾਡੇ ਕੋਲ ਗ੍ਰੈਵੀਟੇਸ਼ਨਲ ਫੋਰਸ ਐਗਜ਼ਿਸਟ ਕਰਦੀ ਆ, ਤਾਂ ਉਸ ਅਕੋਰਡਿੰਗ ਕੀ ਹੋਣਾ ਚਾਹੀਦਾ ਸੀ, ਜਿਹੜਾ ਪਾਰਟੀਕਲ ਆ ਸਾਡਾ ਉਹ ਅਰਥ ਵੱਲ ਡਿੱਗਣਾ ਚਾਹੀਦਾ ਸੀ, ਜਦ ਕਿ ਇੱਦਾਂ ਨਹੀਂ ਹੁੰਦਾ। ਇਹਦਾ ਮਤਲਬ ਕੀ ਹੋਇਆ ਕਿ ਗ੍ਰੈਵੀਟੇਸ਼ਨਲ ਫੋਰਸ ਤੋਂ ਇਲਾਵਾ ਵੀ ਕੋਈ ਫੋਰਸ ਐਗਜ਼ਿਸਟ ਕਰਦੀ ਆ ਜਿਹਦੇ ਕਰਕੇ ਜਿਹੜਾ ਸਾਡਾ ਇੱਥੇ ਪਾਰਟੀਕਲ ਆ ਚੌਕ ਦਾ ਗ੍ਰੈਵੀਟੇਸ਼ਨਲ ਫੀਲਡ ਦੇ ਕਰਕੇ ਥੱਲੇ ਨਹੀਂ ਡਿੱਗਿਆ, ਜਦ ਕਿ ਅਸਲ ਵਿੱਚ ਉਹ ਡਿੱਗਣਾ ਅਰਥ ਵੱਲ ਹੀ ਚਾਹੀਦਾ ਸੀਗਾ। ਸੋ ਉਹ ਕਿਹੜੀ ਪ੍ਰੋਪਰਟੀ ਆ ਜਿਹਦੇ ਕਰਕੇ ਚੌਕ ਜਿਹੜਾ ਆ ਬੋਰਡ ਦੇ ਨਾਲ ਹੀ ਚਿਪਕ ਗਿਆ, ਉਹਦੇ ਨਾਲ ਹੀ
ਚਿਪਕ ਜਾਂਦਾ ਉਹ ਕਿਹੜੀ ਪ੍ਰੋਪਰਟੀ ਆ। ਸੋ ਐਕਸਪੈਰੀਮੈਂਟਸ ਕਰਕੇ ਇਹ ਦੇਖਿਆ ਗਿਆ ਕਿ ਓਬਜੈਕਟ ਦੇ ਕੋਲ ਇੱਕ ਇੱਦਾਂ ਦੀ ਪ੍ਰੋਪਰਟੀ ਹੁੰਦੀ ਆ ਜਿਹਦੇ ਕਰਕੇ ਉਹ ਚੀਜ਼ਾਂ ਨੂੰ ਰਿਪੈਲ ਜਾਂ ਅਟਰੈਕਟ ਕਰ ਸਕਦਾ ਆ, ਅਤੇ ਉਸ ਪ੍ਰੋਪਰਟੀ ਨੂੰ ਕੀ ਨਾਮ ਦਿੱਤਾ ਗਿਆ, ਚਾਰਜ। ਸੋ ਚਾਰਜ ਕੀ ਆ, ਕਿਸੇ ਵੀ ਮੈਟਰ ਦੀ ਇੱਦਾਂ ਦੀ ਪ੍ਰੋਪਰਟੀ ਜਿਹਦੇ ਕਰਕੇ ਉਹ ਦੂਸਰੇ ਮੈਟਰ ਨੂੰ ਰਿਪੈਲ ਔਰ ਅਟਰੈਕਟ ਕਰ ਸਕੇ, ਉਹ ਵਾਲੀ ਪ੍ਰੋਪਰਟੀ ਨੂੰ ਅਸੀਂ ਕੀ ਕਹਿੰਦੇ ਹਾਂ, ਚਾਰਜ। ਅਤੇ ਜਿਹੜੀ ਚਾਰਜਿਸ ਦੇ ਕਰਕੇ ਜਿਹੜੀ ਫੋਰਸ ਹੁੰਦੀ ਆ ਉਹਨੂੰ ਅਸੀਂ ਕੀ ਕਹਿੰਦੇ ਹਾਂ, ਇਲੈਕਟ੍ਰੋਸਟੈਟਿਕਸ ਫੋਰਸ। ਸੋ ਇਸ ਤਰ੍ਹਾਂ ਨਾਲ ਚਾਰਜ ਨਾਮ ਦੀ ਜਿਹੜੀ ਪ੍ਰੋਪਰਟੀ ਆ ਉਹਦੇ ਬਾਰੇ ਪਤਾ ਲੱਗਿਆ। ਸੋ ਵਟ ਇਜ਼ ਅ ਚਾਰਜ? ਇਟ ਇਜ਼ ਅ ਪ੍ਰੋਪਰਟੀ ਕੈਰੀਡ ਬਾਈ ਅ ਮੈਟਰ ਡਿਊ ਟੂ ਵਿਚ ਇਟ ਕੈਨ ਅਪਲਾਈ ਫੋਰਸ ਔਨ ਅਦਰ ਮੈਟਰ ਪਾਰਟੀਕਲਸ। ਹੁਣ ਸਾਨੂੰ ਬੇਸਿਕਲੀ ਪਤਾ ਹੀ ਹੈ ਕਿ ਹਾਂਜੀ ਚਾਰਜ ਕਿੰਨੇ ਤਰ੍ਹਾਂ ਦਾ ਹੁੰਦਾ ਆ। ਚਾਰਜ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਪੋਜ਼ੀਟਿਵ, ਇੱਕ ਹੁੰਦਾ ਨੈਗੇਟਿਵ ਚਾਰਜ।